ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਨਸਾਫ ਦਾ ਸ਼ੀਸ਼ਾ ਭਾਰਤੀ ਰਾਜ ਦੇ ਚਿਹਰੇ ਬਾਰੇ ਵਿਚਾਰ ਸਾਂਝੇ ਕਰਾਂਗੇ। ਸਮੁੱਚੇ ਕਤਲੇਆਮ ਦੇ ਦੌਰਾਨ ਅਤੇ ਉਸ ਤੋਂ ਬਾਅਦ ਵੀ ਅਦਾਲਤੀ ਇਨਸਾਫ ਦੀ ਸਮੁੱਚੀ ਕਾਰਵਾਈ ਦੇ ਦੌਰਾਨ ਪ੍ਰਸ਼ਾਸਨ ਦੁਆਰਾ ਦੋਸ਼ੀਆਂ ਪ੍ਰਤੀ ਧਾਰਨ ਕੀਤਾ ਗਿਆ ਰਵੱਈਆ ਭਾਰਤੀ ਰਾਜ ਦੇ ਮੂਲ ਚਰਿੱਤਰ ਨੂੰ ਸਮਝਣ ਵਿੱਚ ਬੇਹੱਦ ਸਹਾਈ ਹੁੰਦਾ ਹੈ। ਦੋਸ਼ੀਆਂ ਪ੍ਰਤੀ ਪ੍ਰਸ਼ਾਸਨ ਦਾ ਰਵੱਈਆ ਪਹਿਲੇ ਦਿਨ ਤੋਂ ਅਸਲ ਵਿੱਚ ਪਹਿਲੀ ਘੜੀ ਹੋਈ ਹੀ ਸਪਸ਼ਟ ਹੋ ਗਿਆ ਸੀ। ਅਦਾਲਤੀ ਇਨਸਾਫ ਦੇ ਅਮਲ ਦੇ ਤਿੰਨ ਅਹਿਮ ਪੜਾਅ ਹੁੰਦੇ ਹਨ। ਪਹਿਲਾ FIR ਦਰਜ ਕਰਨਾ, ਦੂਜਾ ਮੁਕੱਦਮੇ ਦੀ ਅਸਰਦਾਰ ਢੰਗ ਨਾਲ ਪੈਰਵਾਈ ਕਰਨਾ ਅਤੇ ਤੀਜਾ ਹੇਠਲੀਆਂ ਅਦਾਲਤਾਂ ਵੱਲੋਂ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਉੱਪਰਲੀਆਂ ਅਦਾਲਤਾਂ ਵਿੱਚ ਰਿਵਿਊ ਪਟੀਸ਼ਨਾਂ ਦਾਇਰ ਕਰਨਾ। ਇਨ੍ਹਾਂ ਤਿੰਨਾਂ ਹੀ ਪੜਾਵਾਂ 'ਤੇ ਪ੍ਰਸ਼ਾਸਨ ਦਾ ਰਵੱਈਆ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਉਹਨਾਂ ਨੂੰ ਬਚਾਉਣ ਵਾਲਾ ਪ੍ਰਗਟ ਹੋਇਆ ਹੈ। ਮੁਕੱਦਮੇ ਦੀ ਮਜ਼ਬੂਤੀ ਲਈ ਦੋਸ਼ੀ ਧਿਰ ਦੇ ਖਿਲਾਫ ਮਜ਼ਬੂਤ ਮੁਕੱਦਮਾ ਬਣਾਉਣ ਲਈ ਦੋਸ਼ੀਆਂ ਦੀ ਮੌਕਾ-ਏ ਵਾਰਦਾਤ ਤੇ ਗ੍ਰਿਫਤਾਰੀ ਤੇ ਉਹਨਾਂ ਕੋਲੋਂ ਜੁਰਮ ਲਈ ਵਰਤੇ ਹਥਿਆਰ ਅਤੇ ਸਮਾਨ ਦੀ ਬਰਾਮਦਗੀ ਕਰਨਾ ਭਾਰੀ ਅਹਿਮੀਅਤ ਰੱਖਣਾ ਹੈ। ਫਿਰਕੂ ਹਿੰਸਾ ਦੇ ਸਾਰੇ ਅਮਲ ਦੌਰਾਨ ਪੁਲਿਸ ਨੇ ਇਹਨਾਂ ਪੱਖਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਮੁਕੱਦਮੇ ਦੀ ਸਾਰੀ ਬੁਨਿਆਦ ਦਾਇਰ ਕੀਤੀ ਗਈ FIR 'ਤੇ ਟਿਕੀ ਹੁੰਦੀ ਹੈ। ਇਸ ਗੱਲ 'ਤੇ ਅਣਗਿਣਤ ਸਬੂਤ ਮਿਲਦੇ ਹਨ ਕਿ ਪੁਲਿਸ ਨੇ ਲਗਭਗ ਸਾਰੇ ਮਾਮਲਿਆਂ ਵਿੱਚ FIR ਦਰਜ ਕਰਨ ਵੇਲੇ ਮੁਕੱਦਮੇ ਦੀਆਂ ਨੀਹਾਂ ਹੀ ਕੱਚੀਆਂ ਰੱਖੀਆਂ। FIR ਵਿੱਚ ਇੰਨੀਆਂ ਵਿਲਨਾਂ ਰੱਖੀਆਂ ਗਈਆਂ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਦੋਸ਼ੀ ਛੇਤੀ ਅਤੇ ਸੌਖ ਨਾਲ ਹੀ ਕਾਨੂੰਨ ਦੇ ਸ਼ਿਕੰਜੇ ਤੋਂ ਸਾਫ਼ ਬਚ ਗਏ। ਸਮੂਹਿਕ ਕਤਲੇਆਮ ਵਰਗੇ ਬੇਹੱਦ ਸੰਗੀਨ ਕਿਸਮ ਦੇ ਅਪਰਾਧਾਂ ਦੇ ਮਾਮਲੇ ਵਿੱਚ ਵੀ ਦੋਸ਼ੀਆਂ ਦੀਆਂ ਸੌਖ ਨਾਲ ਹੀ ਜ਼ਮਾਨਤਾਂ ਹੋ ਗਈਆਂ। ਇਸ ਮਾਮਲੇ ਵਿੱਚ ਅਦਾਲਤਾਂ ਵੱਲੋਂ ਨੰਗੇ ਚਿੱਟੇ ਰੂਪ ਵਿੱਚ ਦੋਸ਼ੀਆਂ ਦਾ ਪੱਖ ਪੂਰਨ ਦੀਆਂ ਅਨੇਕਾਂ ਉਦਾਹਰਨਾਂ ਸਾਹਮਣੇ ਆਈਆਂ। ਕਈਆਂ ਥਾਵਾਂ 'ਤੇ ਦੋਸ਼ੀਆਂ ਨੂੰ ਪੁਲਿਸ ਦੀ ਜ਼ਮਾਨਤ 'ਤੇ ਹੀ ਰਿਹਾ ਕਰ ਦਿੱਤਾ ਗਿਆ। ਕਰੂਰ ਵਿਅੰਗ ਇਹ ਕਿ ਲੁੱਟ-ਮਾਰ, ਸਾੜ-ਫੂਕ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਦੇ ਕੁਝ ਦੋਸ਼ੀਆਂ ਨੂੰ ਸਿਰਫ ਅਤੇ ਸਿਰਫ 250 ਰੁਪਏ ਦੀ ਜ਼ਮਾਨਤ ਜਾਂ ਜਾਰੀ ਮੁਚਲਕੇ ਅਤੇ ਜਾਂ ਮਹਿਜ਼ ਰਾਸ਼ਨ ਕਾਰਡ ਪੇਸ਼ ਕਰਨ 'ਤੇ ਹੀ ਰਿਹਾ ਕਰ ਦਿੱਤਾ ਗਿਆ। ਬੇਹੱਦ ਵਹਿਸ਼ੀ ਕਾਤਲਾਂ ਦੇ ਦੋਸ਼ੀਆਂ ਨੂੰ ਵੀ ਪੁਲਿਸ ਦੁਆਰਾ ਜਾਂ ਤਾਂ ਜ਼ਮਾਨਤ ਉੱਤੇ ਅਤੇ ਜਾਂ ਕਈ ਸਾਰੇ ਮਾਮਲਿਆਂ ਵਿੱਚ ਕਿਸੇ ਰਾਜਸੀ ਨੇਤਾ ਦੇ ਦਖਲ ਦੇਣ 'ਤੇ ਹੀ ਘਰੀ ਭੇਜ ਦਿੱਤਾ ਗਿਆ ਸੀ। ਦਿੱਲੀ ਦੀ ਤਰਲੋਕਪੁਰੀ ਬਸਤੀ ਵਿੱਚ ਹੋਏ ਘਿਨਾਉਣੇ ਕਤਲੇਆਮ ਦੀ ਕਹਾਣੀ ਪ੍ਰਸ਼ਾਸਨ ਦੇ ਮੁਜਰਮਾਨਾ ਰਵੱਈਏ ਦੀ ਉਘੜਵੀਂ ਉਦਾਹਰਨ ਪੇਸ਼ ਕਰਦੀ ਹੈ। ਪੁਲਿਸ ਨੇ ਨਵੰਬਰ 84 ਵਿੱਚ ਹੋਏ ਕਤਲਾਂ ਦੀ ਅਦਾਲਤ ਵਿੱਚ ਰਿਪੋਰਟ 13 ਮਹੀਨੇ ਪਛੜ ਕੇ ਦਸੰਬਰ 1985 ਵਿੱਚ ਜਾ ਕੇ ਪੇਸ਼ ਕੀਤੀ। ਅਦਾਲਤ ਨੇ ਦੋਸ਼ੀਆਂ ਨੂੰ ਦਸੰਬਰ 85 ਵਿੱਚ ਹਾਜ਼ਰ ਹੋਣ ਲਈ ਸੰਮਨ ਭੇਜ ਦਿੱਤੇ ਸਨ। ਦਸੰਬਰ 85 ਤੋਂ ਲੈ ਕੇ ਜੁਲਾਈ 1995 ਤੱਕ ਪੂਰੇ 10 ਸਾਲ ਦੋਸ਼ੀ ਅਦਾਲਤ ਵਿੱਚ ਆਉਂਦੇ ਰਹੇ ਤੇ ਪੇਸ਼ੀ ਦੀ ਅਗਲੀ ਤਾਰੀਖ ਲੈ ਕੇ ਮੁੜ ਜਾਂਦੇ ਰਹੇ। 10 ਸਾਲਾਂ ਵਿੱਚ ਕੇਸ ਸ਼ੁਰੂ ਵੀ ਨਾ ਹੋਇਆ। ਕੁੱਲ 194 ਦੋਸ਼ੀਆਂ 'ਤੇ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 107 ਮੌਕਾ-ਏ ਵਾਰਦਾਤ ਉੱਤੇ ਗ੍ਰਿਫਤਾਰ ਕੀਤੇ ਗਏ ਸਨ। ਕਤਲ ਦੀਆਂ ਘਟਨਾਵਾਂ 3 ਦਿਨ ਅਲੱਗ-ਅਲੱਗ ਸਮਿਆਂ ਅਤੇ ਅਲੱਗ-ਅਲੱਗ ਥਾਵਾਂ 'ਤੇ ਵਾਪਰੀਆਂ ਸਨ। ਪੁਲਿਸ ਨੇ ਇਨ੍ਹਾਂ ਕਤਲਾਂ ਦੇ ਵੱਖੋ-ਵੱਖਰੇ ਚਲਾਨ ਪੇਸ਼ ਕਰਨ ਦੀ ਬਜਾਏ 194 ਵਿਅਕਤੀਆਂ 'ਤੇ ਇੱਕੋ ਸਾਂਝਾ ਮੁਕੱਦਮਾ ਦਾਇਰ ਕੀਤਾ। ਸ਼ਾਹਦਰਾਂ ਦੀ ਜਿਸ ਅਦਾਲਤ ਵਿੱਚ ਕੇਸ ਚਲਾਉਣ ਦਾ ਸੁਆਗ ਰਚਿਆ ਗਿਆ, ਉੱਥੇ 194 ਵਿਅਕਤੀਆਂ 'ਤੇ ਪੜ੍ਹਨ ਜੋਗੀ ਥਾਂ ਵੀ ਨਹੀਂ ਸੀ, ਜਿਸ ਕਰਕੇ 10 ਸਾਲ ਮੁਕੱਦਮਾ ਚੱਲਣ ਦੀ ਥਾਵੇਂ ਮੁਕੱਦਮੇ ਦਾ ਡਰਾਮਾ ਰਚਿਆ ਜਾਂਦਾ ਰਿਹਾ। ਨਾ ਪ੍ਰਸ਼ਾਸਨ ਨੇ ਅਤੇ ਨਾ ਹੀ ਜੱਜਾਂ ਨੇ 10 ਸਾਲ ਮੁਕੱਦਮੇ ਦੀ ਇਸ ਸੁਸਤ ਚਾਲ 'ਤੇ ਕੋਈ ਔਖ ਮਹਿਸੂਸ ਕੀਤੀ, ਜਿਸ ਦੀ ਤੁਲਨਾ ਜੇਕਰ ਇੰਦਰਾ ਗਾਂਧੀ ਦੇ ਕਤਲ ਦੇ ਮੁਕੱਦਮੇ ਦੀ ਰਫ਼ਤਾਰ ਨਾਲ ਤੁਲਨਾ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ, ਨਿਆਂ ਪ੍ਰਣਾਲੀ ਅਤੇ ਰਾਜਸੀ ਹੁਕਮਰਾਨਾਂ ਦਾ ਪੱਖਪਾਤੀ ਕਿਰਦਾਰ ਪ੍ਰਤੱਖ ਉਘੜ ਆਉਂਦਾ ਹੈ। ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਹੋਇਆ ਸੀ। ਸਵਾ 3 ਸਾਲਾਂ ਦੇ ਅੰਦਰ ਹੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ। ਇਨ੍ਹਾਂ ਸਵਾ 3 ਸਾਲਾਂ ਵਿੱਚ ਨਾ ਸਿਰਫ ਮੌਕੇ ਦੇ ਕਾਤਲਾਂ ਨੂੰ ਹੀ ਸਗੋਂ ਕਤਲ ਦੀ ਸਾਜ਼ਿਸ਼ ਵਿੱਚ ਭਾਈਵਾਲ ਦੱਸੇ ਜਾਂਦੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਕੇ ਕਟਹਿਰੇ ਵਿੱਚ ਖੜ੍ਹਾ ਕਰ ਲਿਆ ਗਿਆ ਸੀ। ਕਤਲ ਦੀ ਅਦਾਲਤੀ ਪੜਤਾਲ ਵੀ ਹੋ ਗਈ ਸੀ, ਗਵਾਹੀਆਂ ਵੀ ਹੋ ਗਈਆਂ ਸਨ। ਸੈਸ਼ਨ ਕੋਰਟ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੀ। ਇਸ ਫੈਸਲੇ ਵਿਰੁੱਧ ਦੋਸ਼ੀਆਂ ਦੀ ਹਾਈ ਕੋਰਟ ਵਿੱਚ ਅਪੀਲ ਦਾ ਨਿਪਟਾਰਾ ਵੀ ਹੋ ਗਿਆ ਸੀ ਅਤੇ ਸੁਪਰੀਮ ਕੋਰਟ ਦੇ ਅੰਤਿਮ ਪੜਾਅ
ਰਾਤ ਤੱਕ ਦੀ ਸਾਰੀ ਅਦਾਲਤੀ ਕਾਰਵਾਈ ਮੁਕੰਮਲ ਕਰ ਲਈ ਗਈ ਸੀ। ਦੂਜੇ ਪਾਸੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤਰਲੋਕਪੁਰੀ ਅੰਦਰ 3 ਦਿਨ ਵਿੱਚ 260 ਸਿੱਖਾਂ ਨੂੰ ਹਿੰਦੂ ਭੀੜ ਨੇ ਵਹਿਸ਼ੀਪੁਣੇ ਨਾਲ ਕਤਲ ਕਰ ਦਿੱਤਾ ਸੀ ਅਤੇ ਇਹਨਾਂ 260 ਕਤਲਾਂ ਦਾ ਮੁਕੱਦਮਾ 10 ਸਾਲਾਂ ਵਿੱਚ ਸ਼ੁਰੂ ਵੀ ਨਹੀਂ ਸੀ ਹੋਇਆ। ਜਸਟਿਸ S.N. ਢੀਂਗਰਾ ਨੇ ਇਸ ਨੰਗੇ ਚਿੱਟੇ ਅਦਾਲਤੀ ਭੇਦਭਾਵ ਉੱਤੇ ਸਖਤ ਟਿੱਪਣੀਆਂ ਕਰਦਿਆਂ ਹੋਇਆਂ ਲਿਖਿਆ ਹੈ ਕਿ ਅਦਾਲਤਾਂ ਨੇ ਇਸ ਤਰ੍ਹਾਂ ਸਮਝ ਲਿਆ ਜਿਵੇਂ ਗਰੀਬਾਂ ਦੇ ਕਤਲ ਮਨੁੱਖੀ ਜੀਵਾਂ ਦੇ ਕਤਲ ਨਹੀਂ ਸਨ ਅਤੇ ਗਰੀਬ ਲੋਕ ਹੁਕਮਰਾਨਾਂ ਓਡਮੇ ਦੀ ਰਾਜਸੀ ਪ੍ਰਯੋਗਸ਼ਾਲਾ ਵਿੱਚ ਗਿੰਨੀ ਪਿਗ ਸੀ। ਜਸਟਿਸ ਢੀਂਗਰਾ ਨੇ ਹੋਰ ਲਿਖਿਆ ਕਿ ਗੱਲ ਸਿਰਫ ਦੰਗਿਆਂ ਦੌਰਾਨ ਪੁਲਿਸ ਦੀ ਬੇਰੁਖੀ, ਨਾਅਹਲੀਅਤ ਅਤੇ ਗੈਰ-ਹਾਜ਼ਰੀ ਦੀ ਹੀ ਨਹੀਂ ਸਗੋਂ ਦੰਗਿਆਂ ਤੋਂ ਬਾਅਦ ਪੁਲਿਸ ਅਤੇ ਸਰਕਾਰ ਦਾ ਸਮੁੱਚਾ ਰਵੱਈਆ ਮਾਰੇ ਗਏ ਲੋਕਾਂ ਪ੍ਰਤੀ ਉਹਨਾਂ ਦੀ ਫਿਰਕਾਮੰਦੀ ਦੀ ਮੁਕੰਮਲ ਘਾਟ ਅਤੇ ਮਰਨ ਵਾਲਿਆਂ ਪ੍ਰਤੀ ਡੂੰਘੇ ਲਗਾਓ ਦੀ ਪੁਸ਼ਟੀ ਕਰਦਾ ਹੈ। ਥੋੜ੍ਹਾ ਮਾਰੇ ਪੀੜਤਾਂ ਪ੍ਰਤੀ ਸਰਕਾਰ ਦੀ ਬੇਇਨਸਾਫੀ ਅਤੇ ਨਾਅਹਲੀਅਤ ਦੇਸ਼ ਦਾ ਰਾਜ ਭਾਗ ਚਲਾਉਣ ਵਾਲਿਆਂ ਦੁਆਰਾ ਕੀਤੇ ਗਏ ਸੋਚੇ ਸਮਝੇ ਫੈਸਲੇ ਵਾਂਗ ਪ੍ਰਤੀਤ ਹੁੰਦੀ ਹੈ। ਅੱਗੋਂ ਹੋਰ ਤਰਲੋਕਪੁਰੀ ਵਿੱਚ ਜਿੱਥੇ ਇੱਕੋ ਬਸਤੀ ਵਿੱਚ 260 ਸਿੱਖ ਕਤਲ ਕੀਤੇ ਗਏ ਸਨ ਵਿੱਚ ਹੋਏ ਕਤਲੇਆਮ ਅੰਦਰ ਪੀੜਤਾਂ ਨੇ ਪੁਲਿਸ ਅਤੇ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਦੰਗਿਆਂ ਵਿੱਚ ਬੇਹੱਦ ਸਰਗਰਮ ਵਿਅਕਤੀਆਂ ਦੇ ਨਾਂ ਨਸ਼ਰ ਕਰ ਦਿੱਤੇ ਸਨ ਅਤੇ ਉਹਨਾਂ ਦੇ ਸਮੂਹਿਕ ਕਤਲੇਆਮ ਦੇ ਦੋਸ਼ ਲਾਏ ਸਨ, ਪਰ ਪੁਲਿਸ ਨੇ ਸੱਚ ਜਾਣਨ ਅਤੇ ਸਬੂਤ ਜੁਟਾਉਣ ਲਈ ਇਹਨਾਂ ਵਿੱਚੋਂ ਕਿਸੇ ਇੱਕ ਦਾ ਵੀ ਪੁਲਿਸ ਰਿਮਾਂਡ ਨਹੀਂ ਸੀ ਲਿਆ। ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਿਕਾਰਡ ਦਿਖਾਉਂਦਾ ਹੈ ਕਿ ਪੁਲਿਸ ਨੇ ਦੋਸ਼ੀ ਵਿਅਕਤੀਆਂ ਨੂੰ ਬਚਾਉਣ ਅਤੇ ਉਹਨਾਂ ਖਿਲਾਫ ਬਣਦੇ ਸਬੂਤਾਂ ਨੂੰ ਖੁਰਦ-ਬੁਰਦ ਕਰਕੇ ਦੋਸ਼ੀਆਂ ਦਾ ਪੱਖ ਪੂਰਿਆ। ਦਿੱਲੀ ਕਤਲੇਆਮ ਦੇ ਸਬੰਧ ਵਿੱਚ ਦਿੱਲੀ ਪੁਲਿਸ ਦੇ ਦੋਸ਼ਪੂਰਨ ਰਵੱਈਏ ਨੂੰ ਦੇਖਦੇ ਹੋਏ ਕੋਈ ਅਜਿਹੀ ਪੜਤਾਲੀਆ ਏਜੰਸੀ ਹੀ ਇਸ ਦੀ ਨਿਰਪੱਖ ਜਾਂਚ ਪੜਤਾਲ ਕਰ ਸਕਦੀ ਸੀ ਜਿਹੜੀ ਦਿੱਲੀ ਦੀ ਪੁਲਿਸ ਅਤੇ ਦਿੱਲੀ ਦੇ ਸਥਾਨਕ ਰਾਜਸੀ ਨੇਤਾਵਾਂ ਅਤੇ ਤਾਕਤਵਰ ਬੰਦਿਆਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੁੰਦੀ। ਫਿਰ ਹੀ ਦੋਸ਼ੀਆਂ ਨੂੰ ਫੜ ਕੇ ਕਟਹਿਰੇ ਵਿੱਚ ਖੜਾ ਕੀਤਾ ਜਾ ਸਕਦਾ ਸੀ ਅਤੇ ਦੰਗਿਆਂ ਪਿੱਛੇ ਕੰਮ ਕਰਦੇ ਲੁਕਵੇਂ ਹੱਥਾਂ ਨੂੰ ਬੇਪਰਦ ਕੀਤਾ ਜਾ ਸਕਦਾ ਸੀ। ਪਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਦੇਸ਼ ਦੇ ਹਕੂਮਤ ਕਰ ਰਹੇ ਵਿਅਕਤੀ ਨਹੀਂ ਸੀ ਚਾਹੁੰਦੇ ਕਿ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਇਸ ਕਰਕੇ ਹੀ ਸਰਕਾਰ ਦੰਗਿਆਂ ਦੀ ਪੜਤਾਲ ਲਈ ਪੜਤਾਲੀਆ ਕਮਿਸ਼ਨ ਕਾਇਮ ਕਰਨ ਲਈ ਵੀ ਤਿਆਰ ਨਹੀਂ ਸੀ ਹੋਈ। ਉਸ ਨੇ ਪੜਤਾਲੀਆ ਕਮਿਸ਼ਨ ਕਾਇਮ ਕਰਨ ਦੀ ਮੰਗ ਉਦੋਂ ਜਾ ਕੇ ਮੰਨੀ ਜਦੋਂ ਪੰਜਾਬ ਅੰਦਰ ਇਹ ਮੰਗ ਜਜ਼ਬਾਤੀ ਵੇਗ ਫੜ ਗਈ ਸੀ। 1984 ਤੋਂ ਪਹਿਲਾਂ ਦੇਸ਼ ਅੰਦਰ 10 ਮੌਕਿਆਂ ਤੇ ਫਿਰਕੂ ਦੰਗਿਆਂ ਦੀ ਛਾਣਬੀਣ ਲਈ ਕਮਿਸ਼ਨ ਸਥਾਪਿਤ ਕੀਤੇ ਗਏ ਸਨ ਜਿਹੜੇ ਕਿ ਮਾਲੇਗਾਓਂ, ਜੈਨਪੁਰ ਤੇ ਸੁਚੇਤਪੁਰ, ਰਾਂਚੀ ਤੇ ਹਟਿਆ, ਅਹਿਮਦਾਬਾਦ, ਭਿਵੰਡੀ, ਜਮਸ਼ੇਦਪੁਰ ਅਤੇ ਹੈਦਰਾਬਾਦ। ਇਹ ਸਾਰੇ ਕਮਿਸ਼ਨ ਦੰਗਿਆਂ ਤੋਂ ਝੱਟ ਬਾਅਦ ਕਾਇਮ ਕਰ ਦਿੱਤੇ ਗਏ ਸਨ। ਇਹ ਸਿਰਫ 1984 ਦੇ ਦਿੱਲੀ ਕਤਲੇਆਮ ਦੇ ਸਬੰਧ ਵਿੱਚ ਹੀ ਹੋਇਆ ਕਿ ਕਮਿਸ਼ਨ ਦੀ ਸਥਾਪਨਾ 6 ਮਹੀਨਿਆਂ ਬਾਅਦ ਜਾ ਕੇ ਹੋਈ। ਇਨ੍ਹਾਂ 6 ਮਹੀਨਿਆਂ ਦੌਰਾਨ ਸਿੱਖਾਂ ਅਤੇ ਹੋਰਨਾਂ ਇਨਸਾਫ ਪਸੰਦ ਹਲਕਿਆਂ ਵਿੱਚੋਂ ਪੁਰਜੋਰ ਤਰੀਕੇ ਨਾਲ ਕੀਤੀ ਜਾਂਦੀ ਰਹੀ। ਇਸ ਨਿਆਂਈ ਮੰਗ ਪ੍ਰਤੀ ਹਿੰਦੂ ਹਾਕਮਾਂ ਦਾ ਇਨਕਾਰੀ ਰਵੱਈਆ ਉਹਨਾਂ ਦੇ ਫਿਰਕੂ ਅਤੇ ਫਾਸੀਵਾਦੀ ਚਰਿੱਤਰ ਦਾ ਸ਼ੁੱਧ ਨਮੂਨਾ ਪੇਸ਼ ਕਰਦਾ ਹੈ। ਮਿਸਾਲ ਵਜੋਂ ਫਰਵਰੀ 1985 ਵਿੱਚ ਜਦੋਂ ਇੰਡੀਆ ਟੂਡੇ ਦੇ ਇੱਕ ਪੱਤਰਕਾਰ ਨੇ ਰਾਜੀਵ ਗਾਂਧੀ ਨੂੰ ਪੜਤਾਲੀਆ ਕਮਿਸ਼ਨ ਦੀ ਉੱਠ ਰਹੀ ਮੰਗ ਬਾਰੇ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਤਾਂ ਉਸ ਦਾ 2 ਹਰਫਾ ਜਵਾਬ ਸੀ ਕਿ ਇਸ ਨਾਲ ਮਰੇ ਹੋਏ ਮੁੱਦੇ ਮੁੜ ਉੱਠ ਖੜੇ ਹੋਣਗੇ। ਇੱਕ ਵਾਰ ਫਿਰ ਅਗਲੇ ਮਹੀਨੇ ਉਸ ਨੇ ਸੰਡੇ ਮੈਗਜ਼ੀਨ ਨਾਲ ਇੱਕ ਮੁਲਾਕਾਤ ਵਿੱਚ ਕਿਹਾ ਕਿ ਪੜਤਾਲੀਆ ਕਮਿਸ਼ਨ ਇਸ ਕਰਕੇ ਕਾਇਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਸ ਨਾਲ ਸਿੱਖਾਂ ਦਾ ਹੋਰ ਵੱਧ ਨੁਕਸਾਨ ਹੋਵੇਗਾ ਅਤੇ ਸਾਰੇ ਮਾਮਲੇ ਨੂੰ ਨਵੇਂ ਸਿਰਿਓਂ ਖੋਲ੍ਹ ਕੇ ਦੇਸ਼ ਦਾ ਵੀ ਹੋਰ ਵਧੇਰੇ ਨੁਕਸਾਨ ਹੋਵੇਗਾ। ਜਰਮਨੀ 1985 ਦੇ ਆਰੰਭ ਵਿੱਚ ਹੀ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਰਾਹੁਲ ਬੇਦੀ ਅਤੇ PUCL ਦੇ ਸਮਿਤੂ ਕੋਠਾਰੀ ਨੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੁਆਰਾ ਇਕੱਤਰ ਕੀਤੇ ਗਏ ਦਸਤਾਵੇਜ਼ੀ ਸਬੂਤਾਂ ਦੇ ਆਧਾਰ ਤੇ ਕਤਲੇਆਮ ਦੀ ਅਦਾਲਤੀ ਪੜਤਾਲ ਕਰਵਾਉਣ ਲਈ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਪਾ ਦਿੱਤੀ ਸੀ। ਸਬੱਬ ਨਾਲ ਕਹਿ ਲਿਓ ਕਿ ਬਦਕਿਸਮਤੀ ਨਾਲ ਇਹ ਅਪੀਲ ਸੁਣਵਾਈ ਲਈ ਜਸਟਿਸ ਰਾਜਿੰਦਰ ਸੱਚਰ ਅਤੇ ਜਸਟਿਸ ਵੈਡ ਦੇ ਬੈਂਚ ਅੱਗੇ ਜਾਗੀ। ਇਹ ਦੋਨੋਂ ਜੱਜ ਸਰਕਾਰ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਨਹੀਂ ਸਨ। ਇਸ ਕਰਕੇ ਸੱਤਾ ਵਿੱਚ ਬੈਠੇ ਹੋਏ ਲੋਕ
ਜਿਨ੍ਹਾਂ ਨੂੰ ਕਤਲੇਆਮ ਪਿੱਛੇ ਆਪਣੇ ਲੁਕਵੇਂ ਹੱਥਾਂ 'ਤੇ ਉਜਾਗਰ ਹੋ ਜਾਣ ਦਾ ਡਰ ਮਰ ਰਿਹਾ ਸੀ, ਉਹਨਾਂ ਨੇ ਐਸਾ ਚੱਕਰ ਚਲਾਇਆ ਕਿ 22 ਫਰਵਰੀ ਨੂੰ ਜਸਟਿਸ ਸੱਚਰ ਦੀ ਕੋਰਟ ਵਿੱਚ ਸੁਣੀ ਜਾਣ ਵਾਲੀ ਅਪੀਲ ਰਹੱਸ ਭਰੇ ਢੰਗ ਨਾਲ ਜਸਟਿਸ ਯੋਗੇਸ਼ਵਰ ਦਿਆਲ ਅਤੇ BN ਕਿਰਪਾਲ ਦੀ ਅਦਾਲਤ ਵਿਖੇ ਤਬਦੀਲ ਕਰ ਦਿੱਤੀ ਗਈ। ਪਰਦੇ ਪਿੱਛੇ ਵਾਪਰੇ ਇਸ ਘਟਨਾਕ੍ਰਮ ਦਾ ਭੇਦ ਉਸ ਸਮੇਂ ਪ੍ਰਗਟ ਹੋ ਗਿਆ ਜਦੋਂ 22 ਫਰਵਰੀ ਨੂੰ ਸੁਣਵਾਈ ਮੌਕੇ ਜਸਟਿਸ ਦਿਆਲ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਅਤੇ ਉਹਨਾਂ ਦੇ ਕਾਰਕੁਨਾਂ ਵਿਰੁੱਧ ਮਨ ਦੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਉਸ ਨੇ ਇਹਨਾਂ ਜਥੇਬੰਦੀਆਂ ਦੇ ਮਨੁੱਖੀ ਹੱਕਾਂ ਪ੍ਰਤੀ ਸੱਚੇ ਤੇ ਸੁੱਚੇ ਸਰੋਕਾਰਾਂ ਬਾਰੇ ਅਜਿਹੇ ਅਪਮਾਨਜਨਕ ਲਫ਼ਜ਼ ਵਰਤੇ ਕਿ ਉਹ ਨਿਆਂ ਦੇ ਪਵਿੱਤਰ ਆਸਣ 'ਤੇ ਬੈਠਾ ਕੋਈ ਜਲਾਦ ਪੁਲਸੀਆ ਜਾਪਣ ਲੱਗ ਪਿਆ ਸੀ। ਆਖੇ ਅਜਿਹੀਆਂ ਖੜਪੰਚ ਜਥੇਬੰਦੀਆਂ ਸ਼ੋਹਰਤ ਦੀਆਂ ਭੁੱਖੀਆਂ ਹਨ ਜੋ ਹਰ ਮਸਲੇ ਵਿੱਚ ਆਪਣੀ ਟੰਗ ਅੜਾਉਂਦੀਆਂ ਹਨ ਅਤੇ ਨਿਆਂਪਾਲਿਕਾ ਦਾ ਕੀਮਤੀ ਸਮਾਂ ਬਰਬਾਦ ਕਰਦੀਆਂ ਹਨ। ਜਸਟਿਸ ਯੋਗੇਸ਼ਵਰ ਦਿਆਲ ਜੇਕਰ ਇੱਥੇ ਹੀ ਬੰਦ ਕਰ ਦਿੰਦਾ ਤਾਂ ਕੋਈ ਇੰਨੀ ਗੰਭੀਰ ਗੱਲ ਨਹੀਂ ਸੀ, ਪਰ ਉਸ ਦੀ ਹਿੰਦੂ ਆਤਮਾ ਇੱਕਦਮ ਤੜਪ ਕੇ ਬੋਲ ਉੱਠੀ, ਤੁਹਾਨੂੰ ਪੰਜਾਬ ਅੰਦਰ ਮਾਰੇ ਜਾ ਰਹੇ ਹਿੰਦੂ ਨਹੀਂ ਦਿਖਦੇ? ਉਹ ਇਨਸਾਫ ਦੀ ਪੁਕਾਰ ਕਰ ਰਹੇ ਪੱਤਰਕਾਰਾਂ ਨੂੰ ਬਦਬਖਤ ਕਹਿਣ ਤੱਕ ਚਲਾ ਗਿਆ ਸੀ। PUCL ਅਤੇ PUDR ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੋਸ਼ੀ ਕੌਣ ਵਿਰੁੱਧ ਆਪਣੇ ਮਨ ਦੀ ਜ਼ਹਿਰ ਪ੍ਰਗਟ ਕਰਦਾ ਜਸਟਿਸ ਦਿਆਲ ਕਹਿਣ ਲੱਗਾ, ਮੇਰੇ ਮਨ ਵਿੱਚ ਤੁਹਾਡੀ ਰਿਪੋਰਟ ਦੀ ਰੱਤੀ ਕਦਰ ਨਹੀਂ। ਇਹ ਤੱਥ ਕੋਈ ਘੱਟ ਅਹਿਮ ਨਹੀਂ ਕਿ ਇਸ ਦੇ ਛੇਤੀ ਹੀ ਬਾਅਦ ਜਸਟਿਸ ਯੋਗੇਸ਼ਵਰ ਦਿਆਲ ਨੂੰ ਤਰੱਕੀ ਦੇ ਕੇ ਪਹਿਲਾਂ ਆਂਧਰਾ ਹਾਈ ਕੋਰਟ ਦਾ ਚੀਫ ਜਸਟਿਸ ਬਣਾ ਦਿੱਤਾ ਗਿਆ ਸੀ ਅਤੇ ਫਿਰ ਸੁਪਰੀਮ ਕੋਰਟ ਦਾ ਜੱਜ ਨਾਮਜ਼ਦ ਕੀਤਾ ਗਿਆ ਸੀ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।